ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ। ਸ਼ਲੋਕ ਮਹਿਲਾ ਪਹਿਲਾ। ਛੀਹਾਂ ਬਾਜਾਂ ਚਰਗਾਂ ਪੁਹੀਆਂ ਇਹਨਾਂ ਖਵਾਲੇ ਕਹਾ। ਕਹਾ ਖਾਣ ਤਿਨਾ ਮਾਸ ਖਵਾਲੇ ਇਹ ਚਲਾਏ ਰਹਾ। ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ। ਜੀਤੇ ਜੀ ਜੀਵ ਹੈ ਲੈ ਸਾਹ। ਜੀ ਵਾਲੇ ਤਾਂ ਕੇ ਅਸਾਹ। ਨਾਨਕ ਜਿਉਂ ਜਿਉਂ ਸੱਚੇ ਭਾਵੈ ਤਿਉਂ ਤਿਉਂ ਦੇ ਗਿਰਹਾ। ਨਾਨਕ ਜਿਉਂ ਜਿਉਂ ਸੱਚੇ ਭਾਵੈ ਤਿਉਂ ਤਿਉਂ ਦੇਹ ਗਿਰਹਾ। ਜੁਗ ਹੋ ਜੁਗ ਅਟਲ ਚਬਰ ਸ਼ਤੁਰ ਤਖਤ ਦੇ ਮਾਲਕ ਸਾਹਿਬ ਸੱਚਾ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀਓ ਦੀ ਪਾਵਨ ਰਹਿਮਤ ਬਖਸ਼ਿਸ਼ ਹੋਈ ਹੈ। ਹਰ ਰੋਜ਼ ਦੀ ਤਰ੍ਹਾਂ ਸੰਧਿਆ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਔਰ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਮਿਲੇ ਹੋਏ ਸਤ ਸੰਗਤ ਦੇ ਸਮੇਂ ਨੂੰ ਰਲ ਮਿਲ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਵਾਰ ਮਾਝ ਕੀ
रल मिल आपां पौड़ी और ਸ਼ਲੋਕਾਂ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਕਿ ਸਾਹਿਬ ਜੀ ਨੇ ਸਾਨੂੰ ਰੱਬੀ ਗੁਣਾਂ ਦੇ ਰਾਹੀਂ ਸੋਹਣਾ ਜੀਵਨ, ਸੋਹਣਾ ਸਾਡਾ ਆਚਰਣ ਕਿਵੇਂ ਸਾਨੂੰ ਜਿਉਣਾ ਆ ਸਕਦਾ ਹੈ ਸਿਖਾਉਣਾ ਕੀਤਾ ਹੈ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅਦਬ ਪਿਆਰ ਸਹਿਤ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਦੀ 14 ਨੰਬਰ ਪੌੜੀ ਔਰ ਸ਼ਲੋਕਾਂ ਦੇ ਵਿੱਚ ਸਾਨੂੰ ਇਹ ਗੁਣ ਦਿੰਦੇ ਨੇ ਵੀ ਅਕਾਲ ਪੁਰਖ ਵਾਹਿਗੁਰੂ ਬੜਾ ਸਮਰੱਥਾ ਵਾਲਾ ਹੈ। ਉਹ ਸਮਰੱਥਾ ਵਾਲਾ ਹੈ, ਸਮਰੱਥਾ ਵਾਲਾ। ਹੁਣ ਸਮਰੱਥਾ ਲਫ਼ਜ਼ ਜਿਹੜਾ ਹੈ ਨਾ ਬੜਾ ਕੁਝ ਸਿਖਾਉਂਦਾ ਹੈ। ਜਦੋਂ ਕਿਤੇ ਕਾਲ ਪੈਂਦਾ ਨਾ ਕਿਸੇ ਵੀ ਏਰੀਏ ਦੇ ਵਿੱਚ, ਹੜ੍ਹ ਆਉਂਦੇ ਨੇ, ਫਸਲਾਂ ਜਿੱਥੇ ਤਬਾਹ ਹੁੰਦੀਆਂ ਨੇ, ਤੇ ਕਿਸੇ ਵੇਲੇ ਇਹ ਵੀ ਦੇਖਣ ਵਿੱਚ ਆ ਜਾਂਦਾ ਕਿ ਘਰ ਘਾਟ ਵੀ ਉੱਜੜ ਗਏ। ਜਦੋਂ ਕਿਤੇ ਕਾਲ ਪੈਂਦਾ ਹੈ, ਹੜ੍ਹ ਆਉਂਦੇ ਨੇ, ਕੁਝ ਵੀ ਹੁੰਦਾ ਹੈ, ਤੇ ਫਿਰ ਨਾ ਇੱਕ ਸੇਵਾ ਕਰਨ ਵਾਲੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਵਾਲੇ ਇਨਸਾਨੀਅਤ ਇਨਸਾਨ ਲੋਕ, ਬੰਦੇ ਲੋਕ ਇਹ ਗੱਲ ਆਖਦੇ ਨੇ, ਆਓ ਰਲ ਕੇ ਅਸੀਂ ਜਿੰਨੀ ਕੁ ਸਮਰੱਥਾ ਜੋਗੇ ਹਾਂ ਆਪਾਂ ਸਾਰੇ ਦਸਵੰਧ ਕੱਢ ਕੇ ਨਾ ਉਹਨਾਂ ਦੀ ਹੈਲਪ ਕਰੀਏ, ਸਹਾਇਤਾ ਕਰੀਏ, ਸੇਵਾ ਕਰੀਏ। ਜਿੰਨੇ ਜਿੰਨੇ ਕੁ ਜੋਗੇ ਆ ਨਾ ਸਾਰੇ ਹੀ ਆਪਾਂ ਆਪੋ ਆਪਣੀ ਕਿਰਤ ਕਾਰ ਦੇ ਵਿੱਚੋਂ ਨਾ ਦਸਵੰਧ ਕੱਢੀਏ, ਜਿੰਨੇ ਕੁ ਸਮਰੱਥਾ ਜੋਗੇ। ਤੇ ਹੁਣ ਅਕਾਲ ਪੁਰਖ ਵਾਹਿਗੁਰੂ ਬਾਰੇ ਜਦੋਂ ਅਸੀਂ ਕਹਾਂਗੇ, ਉਹਦੇ ਨਾਲ ਜੋਗਾ ਸ਼ਬਦ ਨਹੀਂ ਲਾਉਣਾ ਪੈਣਾ। ਕਿੰਨੇ ਕੁ ਜੋਗੇ ਆ? ਨਹੀਂ, ਅਕਾਲ ਪੁਰਖ ਵਾਹਿਗੁਰੂ ਸਮਰੱਥਾ ਵਾਲਾ ਹੈ। ਉਹ ਸਾਰਾ ਕੁਝ ਹੀ ਕਰਨ ਯੋਗ ਹੈ, ਸਾਰਾ ਕੁਝ ਹੀ, ਸਾਰਾ ਕੁਝ ਹੀ। ਮਨੁੱਖਾਂ ਅੱਗੇ ਤਰਲੇ ਪਾਉਣੇ ਪੈਂਦੇ ਨੇ, ਰੱਬ ਅੱਗੇ ਤਰਲੇ ਨਹੀਂ, ਕੀਰਨੇ ਨਹੀਂ ਪਾਉਣੇ ਪੈਂਦੇ। ਉਹ ਆਪਣੇ ਆਪ ਹੀ ਆਪਣੀ ਇਸ ਕੁਦਰਤ ਕਾਇਨਾਤ ਨੂੰ ਚਲਾ ਰਿਹਾ ਹੈ। ਉਹਨੂੰ ਆਖਣ ਦੀ ਲੋੜ ਨਹੀਂ ਪੈਂਦੀ, ਕਹਿਣ ਦੀ ਲੋੜ ਨਹੀਂ ਪੈਂਦੀ। ਉਸ ਦੀ ਉਹ ਰਜ਼ਾ ਹੈ ਕਿ ਉਸਨੇ ਕਿਵੇਂ ਚਲਾਉਣੀ ਆ ਆਪਣੀ ਕੁਦਰਤ। ਉਹਦੇ ਅੱਗੇ ਜ਼ੋਰ ਵੀ ਕੋਈ ਨਹੀਂ ਆ, ਤਾਣ ਵੀ ਕੋਈ ਨਹੀਂ ਆ। ਤੇ ਬਾਬਾ ਜੀ ਆਖਦੇ ਨੇ ਉਸਨੇ ਕੁਦਰਤ ਪੈਦਾ ਕੀਤੀ, ਜਿਹਨੂੰ ਜਿਹਨੂੰ ਜਿਹੜਾ ਜਿਹੜਾ ਰਿਜ਼ਕ ਮਿਲਣਾ ਚਾਹੀਦਾ ਉਹਨੇ ਉਹ ਦਿੱਤਾ। ਜੋ ਜੋ ਜੀਵ ਜੋ ਜੋ ਖਾਂਦੇ ਨੇ ਉਹ ਖਾ ਰਹੇ ਨੇ। ਕੋਈ ਵੀ ਉਹਨਾਂ ਦੀ ਤਬਦੀਲੀ ਨਹੀਂ ਕਰ ਸਕਦਾ। ਜੇ ਕਰ ਸਕਦਾ ਹੈ ਕੋਈ ਤਾਂ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜੋ ਕਰਨ ਯੋਗ ਹੈ। ਬਾਬਾ ਨਾਨਕ ਸਾਹਿਬ ਬਚਨ ਕਰਦੇ ਕਹਿੰਦੇ, ਸ਼ਲੋਕ ਮਹਿਲਾ ਪਹਿਲਾ, ਛੀਹਾਂ
ਬਾਜਾਂ, ਚਰਗਾ, ਕੁਹੀਆਂ, ਇਹ ਜਿੰਨੇ ਵੀ ਜਾਨਵਰ ਨੇ ਨਾ ਇਹ ਮਾਸਾਹਾਰੀ ਨੇ, ਮਾਸ ਖਾਣ ਵਾਲੇ ਨੇ, ਮਾਸ ਖਾਣ ਵਾਲੇ। ਸ਼ੇਰ ਵੀ ਮਾਸ ਖਾਂਦਾ ਹੈ, ਬਾਜ ਵੀ ਮਾਸ ਖਾਂਦੇ ਨੇ, ਤੇ ਆ ਦੋ ਜਾਨਵਰਾਂ ਦਾ ਹੋਰ ਜ਼ਿਕਰ ਕੀਤਾ, ਚਰਗਾ ਤੇ ਕੁਹੀਆ। ਸਤਿਗੁਰੂ ਜੀ ਕਹਿੰਦੇ ਜਿੰਨੇ ਮਾਸਾਹਾਰੀ ਜਾਨਵਰ ਨੇ ਨਾ ਉਹ ਮਾਸ ਖਾਂਦੇ ਨੇ, ਤੇ ਨਾਲ ਆਖਦੇ ਨੇ ਜੇਕਰ ਰੱਬ ਇੰਨੀ ਸਮਰੱਥਾ ਵਾਲਾ ਹੈ, ਜੇ ਉਹ ਚਾਹੇ ਤਾਂ ਆਪਣੀ ਮਰਜ਼ੀ ਦੇ ਮੁਤਾਬਕ, ਜੇ ਚਾਹੇ ਤਾਂ ਨਾ ਉਹ ਇਹਨਾਂ ਨੂੰ ਮਾਸ ਖਾਣ ਤੋਂ ਰੋਕ ਵੀ ਸਕਦਾ ਹੈ, ਤਬਦੀਲੀ ਕਰ ਸਕਦਾ। ਕਿਉਂਕਿ ਜਿਸ ਨੇ ਬਣਾਇਆ ਹੈ ਨਾ ਉਹਨੇ ਕਿਸੇ ਕੋਲੋਂ ਮੱਤ ਲੈ ਕੇ ਨਹੀਂ ਬਣਾਇਆ, ਕਿਸੇ ਨੂੰ ਪੁੱਛ ਕੇ ਨਹੀਂ ਬਣਾਇਆ, ਤੇ ਜਦੋਂ ਉਹ ਢਾਉਂਦਾ ਹੈ ਤੇ ਕਿਸੇ ਨੂੰ ਪੁੱਛ ਕੇ ਵੀ ਨਹੀਂ ਢਾਉਂਦਾ। ਪੁੱਛ ਨਾ ਸਾਜੇ, ਨਾ ਪੁੱਛ ਕੇ ਉਹਨੇ ਸਾਜਿਆ ਹੈ, ਬਣਾਇਆ ਹੈ, ਤੇ ਨਾ ਹੀ ਪੁੱਛ ਨਾ ਢਾਹੇ। ਨਾ ਉਹ ਪੁੱਛ ਕੇ ਬਣਾਉਂਦਾ ਹੈ ਤੇ ਨਾ ਉਹ ਪੁੱਛ ਕੇ ਢਾਉਂਦਾ। ਤੇ ਜੋ ਕੁਝ ਉਸਨੇ ਬਣਾਇਆ ਨਾ ਉਹ ਉਸ ਦੇ ਵਿੱਚ ਉਹ ਸਮਰੱਥਾ ਜੋਗਾ ਹੈ, ਉਹ ਸਮਰੱਥਾ ਵਾਲਾ ਹੈ, ਉਹ ਚੇਂਜ ਕਰ ਸਕਦਾ ਹੈ। ਮਹਾਰਾਜ ਆਖਦੇ ਨੇ ਸ਼ੀਹਾਂ, ਬਾਜਾਂ, ਚਰਗਾ, ਕੁਹੀਆਂ ਇਹਨਾਂ ਖਵਾਲੇ ਘਾਹ ਨੇ, ਇਹਨਾਂ ਨੂੰ ਘਾਹ ਖਵਾ ਸਕਦਾ ਹੈ। ਆਓ ਆਪਾਂ ਸਮਝਦੇ ਪੜ੍ਹ ਕੇ ਆਖਰੀ ਅਰਥ। ਕਹਿੰਦੇ ਘਾਹ ਖਾਣ, ਜਿਹੜੇ ਘਾਹ ਖਾਣ ਵਾਲੇ ਨੇ ਜਾਨਵਰ, ਜਿਹੜੇ ਘਾਹ ਖਾਣ ਵਾਲੇ ਨੇ, ਘਾਹ ਖਾਣ ਤੇ ਨਾ ਮਾਸ ਖਵਾਲੇ। ਰੱਬ ਉਹਨਾਂ ਨੂੰ ਮਾਸ ਵੀ ਖਵਾ ਸਕਦਾ ਹੈ। ਵੀ ਇੱਕ ਉਹ ਜਾਨਵਰ ਨੇ ਜਿਹੜੇ ਮਾਸ ਖਾਂਦੇ ਨੇ ਉਹਨਾਂ ਨੂੰ ਘਾਹ ਖਾਣ ਲਾ ਦਿੰਦਾ ਹੈ, ਲਾ ਸਕਦਾ ਹੈ, ਤੇ ਜਿਹੜੇ ਘਾਹ ਖਾਣ ਵਾਲੇ ਨੇ ਉਹਨਾਂ ਨੂੰ ਮਾਸ ਵੱਲ ਲਾ ਸਕਦਾ ਹੈ। ਘਾਹ ਖਾਣ ਤੇ ਨਾ ਮਾਸ ਖਵਾਲੇ, ਇਹ ਚਲਾਏ ਰਾਹ। ਰਾਹ ਆ ਉਹਦਾ ਰਸਤਾ ਹੈ, ਉਸ ਦੇ ਰਸਤੇ ਨੂੰ ਸਮਝਣਾ ਹੈ, ਉਸ ਦੇ ਮਾਰਗ ਨੂੰ, ਉਸ ਦੇ ਰਾਹ ਨੂੰ ਸਮਝਣਾ ਹੈ, ਉਸ ਦੇ ਰਾਹ ਤੇ ਚੱਲਣਾ ਹੈ, ਉਸ ਦੇ ਰਸਤੇ ਤੇ ਚੱਲਣਾ ਹੈ। ਹੁਣ ਗੁਰਮੁਖ ਜਨੋਂ ਮਹਾਰਾਜ ਨੇ ਨਾਲ ਆਖਿਆ, ਕਹਿੰਦੇ ਨਦੀਆਂ ਵਿੱਚ ਟਿੱਬੇ ਦੇ ਖਾਲੇ। ਨਦੀਆਂ ਵਿੱਚ ਟਿੱਬੇ ਦੇ ਖਾਲੇ। ਨਦੀਆਂ ਵਗਦੀਆਂ ਨੇ ਤੇ ਕਿਸੇ ਵੇਲੇ ਹੁੰਦਾ ਉਹ ਇਹ ਵੀ ਕਰ ਸਕਦਾ ਹੈ। ਨਦੀਆਂ ਦੇ ਵਿੱਚ ਟਿੱਬੇ ਵੀ ਉੱਚੇ ਉੱਚੇ ਦਿਖ ਸਕਦੇ ਨੇ। ਜਿੱਥੇ ਕਦੇ ਨਦੀਆਂ ਚੱਲਦੀਆਂ ਸੀ ਅੱਜ ਉੱਥੇ ਟਿੱਬੇ ਦਿਸ ਰਹੇ ਨੇ। ਜਿੱਥੇ ਕਦੀ ਨਦੀਆਂ ਕਹਿੰਦੇ ਚੱਲਦੀਆਂ ਸੀ ਨਾ, ਕਹਿੰਦੇ ਯਾਰ ਅਸੀਂ ਨਦੀਆਂ ਦੇਖੀਆਂ ਸੀ ਇੱਥੇ ਚੱਲਦੀਆਂ, ਪਰ ਆਹ ਕੀ ਹੋਇਆ, ਨਦੀਆਂ ਵਿੱਚ ਜਿੱਥੇ ਨਦੀਆਂ ਚੱਲਦੀਆਂ ਸੀ ਉੱਥੇ ਟਿੱਬੇ ਦਿਸ ਰਹੇ ਨੇ ਉੱਚੇ ਉੱਚੇ। ਨਦੀਆਂ ਵਿੱਚ ਟਿੱਬੇ ਦੇ ਖਾਲੇ। ਕਹਿੰਦੇ ਥਲੀ ਕਰੇ, ਜਿੱਥੇ ਕੇਵਲ ਥਲ ਸੀ, ਇੱਦਾਂ ਸਮਝ ਲਓ ਵੀ ਜਿੱਥੇ ਕੇਵਲ ਟਿੱਬੇ ਸੀ, ਕਹਿੰਦੇ ਉੱਥੇ ਪਾਣੀ 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 ਹੋਇਆ ਪਿਆ। ਉੱਥੇ ਨਦੀਆਂ ਵਹਿ ਰਹੀਆਂ, ਉੱਥੇ ਦਰਿਆ ਵਹਿ ਰਹੇ ਨੇ, ਉੱਥੇ ਕਹਿ ਲਓ ਵੀ ਸਮੁੰਦਰ ਵਹਿ ਰਹੇ ਨੇ। ਬੜਾ ਸਮਰੱਥਾ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ। ਤੇ ਸਾਹਿਬ ਜੀ ਆਖਦੇ ਨੇ, ਕਹਿੰਦੇ ਸਮਝੋ ਬਾਣੀ ਨੂੰ, ਕੀੜਾ ਥਾਪ ਦੇ ਪਾਤਸ਼ਾਹੀ। ਕੀੜੇ ਨੂੰ ਪਾਤਸ਼ਾਹੀ ਵੀ ਬਖਸ਼ ਦਿੰਦਾ ਹੈ, ਉਹ ਬਾਦਸ਼ਾਹ ਬਣਾ ਦਿੰਦਾ ਕੀੜੇ ਨੂੰ। ਕੀੜੇ ਨੂੰ ਬਾਦਸ਼ਾਹ ਬਣਾ ਦਿੰਦਾ ਹੈ। ਲਸ਼ਕਰ ਕਰੇ ਸਵਾਹ, ਤੇ ਵੱਡੀਆਂ ਵੱਡੀਆਂ ਫੌਜਾਂ ਨੂੰ ਉਹ ਸਵਾਹ ਦੀ ਢੇਰੀ ਬਣਾ ਦਿੰਦਾ, ਸਵਾਹ ਕਰ ਦਿੰਦਾ। ਲਸ਼ਕਰ ਫੌਜਾਂ ਜਿਹੜੀਆਂ ਸੀ ਨਾ ਵੱਡੀਆਂ ਵੱਡੀਆਂ, ਕਹਿੰਦੇ ਜਿਨ੍ਹਾਂ ਦਾ ਡਰ ਸੀ ਨਾ,
ਕੀੜਿਆਂ ਨੂੰ, ਆਮ ਲੁਕਾਈ ਨੂੰ, ਉਹ ਸਵਾਲ ਲੋਕ ਮੰਨ ਲੈਂਦੇ ਸੀ ਹਾਕਮਾਂ ਦਾ ਕਹਿਣਾ, ਹਾਕਮਾਂ ਦਾ ਜ਼ੋਰ ਹੈ, ਸਰਕਾਰਾਂ ਦਾ ਜ਼ੋਰ ਹੈ। ਪਰ ਜਿਨ੍ਹਾਂ ਨੂੰ ਅਸੀਂ ਕੀੜੇ ਸਮਝਦੇ ਆ ਨਾ, ਵੀ ਜੇ ਇਹਨਾਂ ਨਾ ਸਾਡਾ ਹੁਕਮ ਮੰਨਿਆ, ਨਾ ਸਾਡੇ ਹੁਕਮ ਦੀ ਤਾਲੀਮ ਕੀਤੀ, ਤੇ ਅਸੀਂ ਇਹਨਾਂ ਨੂੰ ਸਵਾਹ ਕਰ ਦਿਆਂਗੇ। ਹਾਕਮ ਸਦਾ ਕਰਦਾ ਤੇ ਕਰਦਾ ਆਇਆ। ਜੇਕਰ ਅੱਜ ਅਸੀਂ ਝਾਤ ਮਾਰੀਏ ਤੇ ਇੱਦਾਂ ਹੀ ਹੈ ਨਾ, ਹਾਕਮ ਸਮਝਦਾ ਹੈ ਵੀ ਇਹ ਆਮ ਜਿਹੇ ਲੋਕ ਆ, ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਨੇ, ਇਹਨਾਂ ਨੂੰ ਕੀ। ਪਰ ਜਿਨ੍ਹਾਂ ਨੂੰ ਜੱਦੀ ਪੁਸ਼ਤੀ ਕਹਿ ਲਓ ਇਹ ਮਿਲਿਆ ਹੋਵੇ, ਜੇ ਕੋਈ ਧੱਕੇ ਨਾ ਆ ਕੇ ਹੱਕ ਖੋਏ ਨਾ, ਫਿਰ ਉਹ ਕਿਸੇ ਨਾ ਕਿਸੇ ਤਰੀਕੇ ਆ ਕੇ ਉਹ ਆਪਣੇ ਹੱਕ ਲੈਣੇ ਜਾਣਦੇ ਨੇ। ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਦਿਆਂ ਹੋਇਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਮੱਤ ਲੈਂਦਿਆਂ ਹੋਇਆਂ ਨਾ, ਉਹ ਕੀੜੇ ਬਾਦਸ਼ਾਹ ਵੀ ਬਣ ਜਾਂਦੇ ਨੇ। ਸਮਰੱਥਾ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ। ਉਹ ਕਰ ਸਕਦਾ ਹੈ ਜੀ, ਜਲ ਤੇ ਥਲ ਕਰ, ਥਲ ਤੇ ਕੂਆ, ਕੂਕ ਤੇ ਮੇਰ ਕਰਾਵੇ, ਰਾਜਾ ਤੇ ਭੇਖਾਰੀ, ਭੇਖਾਰੀ ਤੇ ਰਾਜ ਕਰਾਵੇ। ਕਰ ਸਕਦਾ, ਸਮਰੱਥਾ ਵਾਲਾ। ਹੁਣ ਸਤਿਗੁਰੂ ਜੀ ਆਖਦੇ ਨੇ, ਭਾਈ ਗੁਰੂ ਕੋਲੋਂ ਮੱਤ ਲੈ ਕੇ ਚੱਲ, ਬੜਾ ਸਮਰੱਥਾ ਵਾਲਾ ਹੈ ਉਹ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਬਾਹ, ਜੇਤੇ ਜੀ ਜੀਵ ਹੈ। ਕਹਿੰਦੇ ਜਿੰਨੇ ਵੀ ਜੀਵ, ਜਿੰਨੇ ਵੀ, ਭਾਵੇਂ ਉਹ ਮਨੁੱਖ ਜਾਤੀ ਹੈ ਤੇ ਭਾਵੇਂ ਹੋਰ ਜਾਤੀਆਂ ਨੇ, ਜਿੰਨੇ ਵੀ ਜੀਵ ਨੇ ਨਾ, ਉਹ ਸਾਰੇ ਜਿਉ ਪਤਾ ਕਿੱਦਾਂ ਰਹੇ ਨੇ। ਮਹਾਰਾਜ ਆਖਦੇ, ਕਹਿੰਦੇ ਜੇਤੇ ਜੀ ਜੀਵ ਹੈ ਲੈ ਸਾਹ, ਸਾਹ ਲੈਂਦੇ ਨੇ, ਸਾਹ ਚੱਲਦੇ ਨੇ। ਆਪਾਂ ਆਖਦੇ ਨਾ, ਜਿੰਨੀ ਦੇਰ ਤੱਕ ਬੰਦੇ ਦੇ ਸਾਹ ਚੱਲਦੇ ਨਾ, ਜਿਉਂਦਾ। ਜਦੋਂ ਸਾਹ ਰੁਕ ਗਏ, ਬੰਦ ਹੋ ਗਏ, ਇਹ ਖਤਮ, ਡੈਡ। ਇਹਦਾ ਤਨ, ਇਹਦਾ ਸਰੀਰ ਕੁਝ ਵੀ ਹੁਣ ਕੰਮ ਨਹੀਂ ਕਰੇਗਾ। ਇਹਦਾ ਬ੍ਰੇਨ ਵੀ, ਇਹਦਾ ਇਹ ਦਿਮਾਗ ਵੀ ਕੰਮ ਨਹੀਂ ਕਰੇਗਾ, ਹੁਣ ਖਤਮ, ਮਿੱਟੀ ਹੋ ਗਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ, ਜਿੰਨੇ ਵੀ ਜੀਵ ਜਿਉਂਦੇ ਨੇ ਨਾ, ਉਹ ਸਾਹ ਲੈ ਲੈ ਕੇ ਜਿਉਂਦੇ ਨੇ। ਸਾਹ ਆਉਂਦਾ ਤੇ ਚੱਲ ਰਿਹਾ, ਸਾਹ ਚੱਲ ਰਿਹਾ ਤੇ ਜਿਉਂਦੇ ਨੇ। ਪਰ ਕਹਿੰਦੇ ਮੇਰਾ ਮਾਲਕ ਇੰਨੀ ਸਮਰੱਥਾ ਵਾਲਾ ਹੈ, ਇੰਨੀ ਸਮਰੱਥਾ ਵਾਲਾ ਹੈ ਤਾਂ ਕਿ ਅਸਾਹ ਵੀ ਸਾਹ ਦੀ ਵੀ ਕੀ ਮੁਥਾਜੀ ਆ ਉਹਦੇ ਅੱਗੇ। ਸਾਹ ਤੋਂ ਬਿਨਾਂ ਵੀ ਰੱਖ ਸਕਦਾ ਹੈ, ਉਹ ਜਿਉਂਦਾ ਰੱਖ ਸਾਹ ਤੋਂ ਬਿਨਾਂ ਵੀ। ਤੇ ਮੈਂ ਤੇ ਆਖਾਂ ਨਾ ਸਾਹਿਬ ਜੀ ਨੂੰ, ਗੁਰੂ ਜੀ ਨੂੰ ਪੁੱਛਾਂ ਤਾਂ ਸਹੀ, ਮਹਾਰਾਜ ਕਿਰਪਾ ਕਰੋ, ਮੇਰੇ ਸਾਹ ਚੱਲਦੇ ਨੇ, ਮੈਂ ਤਾਂ ਵੀ ਤੁਹਾਡਾ ਸ਼ੁਕਰ ਨਹੀਂ ਕਰਦਾ। ਦਾਤਾ ਜੀ ਸਾਹ ਚੱਲਦੇ ਨੇ, ਫਿਰ ਵੀ ਤੈਨੂੰ ਚੇਤੇ ਵਿੱਚ ਨਹੀਂ ਰੱਖਦਾ। ਤੂੰ ਸਮਰੱਥਾ ਵਾਲਾ ਹੈ ਕਿ ਸਾਹ ਤੋਂ ਬਿਨਾਂ ਵੀ, ਸਾਹ ਦੀ ਕੀ ਮੁਥਾਜੀ ਆ, ਸਾਹ ਤੋਂ ਬਿਨਾਂ ਤੂੰ ਰੱਖ ਸਕਦਾ ਏ। ਪਰ ਜਿਨ੍ਹਾਂ ਨੂੰ ਸਾਹ ਦਿੱਤੇ ਨੇ ਨਾ, ਜਿਨ੍ਹਾਂ ਦੇ ਸਾਹ ਚੱਲ ਰਹੇ ਨੇ ਨਾ, ਸਾਹ ਚੱਲਦਿਆਂ ਹੋਇਆਂ ਉਹ ਸਿਮਰੋ, ਸਿਮਰ ਸਿਮਰ ਸੁਖ ਪਾਵੋ। ਅਸੀਂ ਸੁੱਖ ਲਈਏ। ਤੇ ਸਿਆਣੇ ਕਹਿੰਦੇ ਨੇ ਨਾ ਇਹ ਗੱਲ, ਸਾਡੀ ਤੇ ਜ਼ਿੰਦਗੀ ਬੜੀ ਦੁੱਖਾਂ ਵਿੱਚੋਂ ਲੰਘ ਰਹੀ ਸੀ, ਹੁਣ ਤੇ ਮਸਾਂ ਹੀ ਕਿਤੇ ਜਾ ਕੇ ਨਾ ਸੁੱਖ ਦਾ ਸਾਹ ਆਇਆ। ਬਜ਼ੁਰਗ ਨਾ ਆਖਦੇ ਨੇ ਇਹ ਗੱਲ, ਮੰਨਦੇ ਨੇ ਇਹ ਗੱਲ, ਕਹਿੰਦੇ ਨੇ ਵੀ ਪਹਿਲਾਂ ਆਰਥਿਕ ਪੱਖੋਂ ਵੀ ਬੜੇ ਕਮਜ਼ੋਰ ਸੀ। ਜਿਹੜਾ ਬੰਦਾ ਆਰਥਿਕ ਪੱਖੋਂ ਵੀ ਥੋੜ੍ਹਾ ਚੰਗਾ ਹੋ ਗਿਆ ਨਾ, ਚੰਗਾ ਹੋ ਗਿਆ, ਮਿਹਨਤ ਮੁਸ਼ੱਕਤ ਕਰਕੇ ਨਾ ਚੰਗਾ ਹੋਇਆ, ਤੇ ਉਹਨੇ ਵੀ ਆਖਿਆ ਯਾਰ ਹੁਣ ਮਸਾਂ ਕਿਤੇ ਨਾ, ਮਸਾਂ ਕਿਤੇ ਜਾ ਕੇ ਨਾ ਸੁੱਖ ਦੇ ਸਾਹ ਆਏ ਨੇ, ਸੁੱਖ ਦੇ ਸਾਹ ਆਏ ਨੇ, ਸੁੱਖ ਦੇ।
ਤੇ ਜੇ ਸਾਹ ਚੱਲ ਰਹੇ ਨੇ ਤੇ ਸੁੱਖ ਦੇ ਸਾਹ ਲਈਏ। ਸੁੱਖ ਦੇ ਸਾਹ ਕਿੱਦਾਂ ਆਉਣੇ ਨੇ? ਭਾਵੇਂ ਆਰਥਿਕ ਮੰਦਹਾਲੀ ਹੈ ਨਾ, ਰੱਬ ਜੀ ਸੁੱਖ ਦੇ ਸਾਹ ਤਾਂ ਹੋ ਸਕਦੇ ਨੇ ਜਦੋਂ ਤੇਰੀ ਬਾਣੀ ਮੁਤਾਬਕ ਚੱਲਾਂਗੇ। ਤੇ ਮਹਾਰਾਜ ਆਖਦੇ ਨੇ, ਆਓ ਕੀੜਾ ਥਾਪ ਜੇ ਪਾਤਸ਼ਾਹੀ ਲਸ਼ਕਰ ਕਰੇ ਸੁਆ, ਜੇਤੇ ਜੀ ਜੀਵੈ ਲੈ ਸਾਹਾ, ਜੀ ਵਾਲੇ ਤਾਂ ਕੇ ਅਸਾ, ਨਾਨਕ ਜਿਉਂ ਜਿਉਂ ਸੱਚੇ ਭਾਵੈ। ਹੇ ਨਾਨਕ, ਜਿਵੇਂ ਜਿਵੇਂ ਉਸ ਸੱਚੇ ਮਾਲਕ ਨੂੰ ਭਾਉਂਦਾ ਨਾ, ਜਿਵੇਂ ਜਿਵੇਂ ਉਸ ਨੂੰ ਚੰਗਾ ਲੱਗਦਾ ਨਾ, ਕਹਿੰਦੇ ਜਿਵੇਂ ਜਿਵੇਂ ਉਹਦੀ ਮਰਜ਼ੀ ਹੈ ਨਾ, ਜਿਵੇਂ ਜਿਵੇਂ ਉਹਨੂੰ ਭਾ ਰਿਹਾ ਨਾ, ਕਹਿੰਦੇ ਤਿਉਂ ਤਿਉਂ ਦੇ ਗਿਰਾ। ਉਹ ਉਵੇਂ ਉਵੇਂ ਰਿਜ਼ਕ ਦੇ ਰਿਹਾ, ਉਵੇਂ ਉਵੇਂ ਹਰੇਕ ਜੀਵ ਦੇ ਮਨੁੱਖ ਵਿੱਚ ਗ੍ਰਾਹੀ ਪਾ ਰਿਹਾ, ਉਹ ਬੁਰਕੀ ਪਾ ਰਿਹਾ ਹੈ। ਜੇ ਉਹਨੂੰ ਇੱਦਾਂ ਚੰਗਾ ਲੱਗਦਾ ਨਾ ਵੀ ਪੱਥਰ ਦੇ ਵਿੱਚ ਜੀਵ ਪੈਦਾ ਕਰਨਾ, ਤੇ ਉਹਨੂੰ ਉੱਥੇ ਗ੍ਰਾਹੀ ਦੇਣੀ ਆ, ਤੇ ਦੇ ਰਿਹਾ। ਉਹਦੀ ਰਜਾ ਨਾ, ਕਿਸੇ ਬੰਦੇ ਦੀ ਰਜਾ ਥੋੜ੍ਹੀ ਹੈ ਵੀ ਪੱਥਰ ਵਿੱਚ ਜੀਵ, ਤੇ ਜੀਵ ਨੂੰ ਪੱਥਰ ਦੇ ਵਿੱਚ ਸਾਰੇ ਪਾਸਿਆਂ ਤੋਂ ਐ ਬੰਦ ਆ, ਸਾਰੇ ਪਾਸਿਆਂ ਤੋਂ ਬੰਦ ਪੱਥਰ, ਤੇ ਉਸ ਪੱਥਰ ਦੇ ਵਿੱਚ ਜੀਵ, ਤੇ ਉਸ ਜੀਵ ਨੂੰ ਕੀ ਦੇਣਾ? ਰਿਜ਼ਕ ਦੇਣਾ। ਇਹ ਕਿਹਦੀ ਮਰਜ਼ੀ ਆ? ਸਾਡੀ ਨਹੀਂ। ਅਕਾਲ ਪੁਰਖ ਵਾਹਿਗੁਰੂ ਤੇਰੀ ਮਰਜ਼ੀ ਹੈ, ਤੇ ਤੇਰੀ ਸਮਰੱਥਾ ਕੀ ਆ? ਸਮਰੱਥਾ ਕੀ ਹੈ? ਸੈਲ ਪੱਥਰ, ਸੈਲ ਪੱਥਰ ਮਹਿ ਜੰਤ ਉਪਾਏ, ਤਾਂ ਕਾ ਰਿਜ਼ਕ ਆਗੈ ਕਰ ਧਰਿਆ। ਤੇ ਬਾਬਾ ਜੀ ਨੇ ਸਮਝਾਇਆ ਕਿ ਸਾਨੂੰ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਭਾਈ ਆ ਗੁਰੂ ਦੀ ਸੰਗਤ ਵਿੱਚ, ਸੱਚੀ ਸੰਗਤ ਵਿੱਚ ਆ, ਤਰ ਜਾਏਗਾ, ਤੈਨੂੰ ਸੁੱਖ ਦੇ ਸਾਹ ਲੈਣੇ ਆ ਜਾਣਗੇ। ਜਿਹੜੇ ਸਾਹ ਤੇਰੇ ਨਿਕਲ ਰਹੇ ਨਾ, ਵਿਅਰਥ ਜਾ ਰਹੇ, ਵਿਅਰਥ, ਇਹ ਸੁੱਖ ਦੇ ਨਹੀਂ। ਜਦੋਂ ਤੂੰ ਉਹਦੇ ਮੁਤਾਬਕ ਚੱਲੇਗਾ ਨਾ, ਤੇਰੇ ਸਾਹ ਸੁੱਖਾਂ ਵਾਲੇ ਹੋ ਜਾਣਗੇ, ਸੁੱਖਾਂ ਵਾਲੇ। ਸੱਚੇ ਪਾਤਸ਼ਾਹ ਜੀ ਬੜੇ ਪਿਆਰ ਨਾਲ ਅੱਗੇ ਸਮਝਾਉਂਦੇ ਨੇ, ਕਹਿੰਦੇ ਆਓ ਜਿਵੇਂ ਜਿਵੇਂ ਉਹਨੂੰ ਭਾਉਂਦਾ ਨਾ, ਅਸੀਂ ਉਵੇਂ ਉਵੇਂ ਮੰਨ ਲਈਏ, ਅਸੀਂ ਵੀ ਮੰਨ ਲਈਏ। ਮਹਾਰਾਜ ਤੂੰ ਬੁਰਕੀਆਂ ਪਾ ਰਿਹਾ ਹੈ, ਤੂੰ ਸਾਡੇ ਮੁੱਖ ਵਿੱਚ ਗਰਾਹੀ ਪਾ ਰਿਹਾ, ਤੂੰ ਸਾਨੂੰ ਰਿਜ਼ਕ ਦੇ ਰਿਹਾ, ਤੇ ਅਸੀਂ ਸੱਤ ਕਰਕੇ ਤੇਰੀ ਰਜਾ ਵਿੱਚ ਚੱਲਣਾ ਸਿੱਖ ਲਈਏ। ਮਹਿਲਾ ਪਹਿਲਾ। ਅੱਗੇ ਆਖਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਗਲੇ ਸ਼ਲੋਕ ਵਿੱਚ, ਕਹਿੰਦੇ ਇੱਕ ਮਾਸ ਹਾਰੀ, ਇੱਕ ਮਾਸ ਹਾਰੀ, ਇੱਕ ਮਾਸਾਹਾਰੀ ਨੇ, ਇੱਕ ਤ੍ਰਿਨ ਖਾਹੀ, ਇੱਕ ਉਹ ਨੇ ਜਿਹੜੇ ਘਾਹ ਖਾਂਦੇ ਨੇ। ਪਹਿਲਾਂ ਵੀ ਇਹ ਬਚਨ ਕੀਤੇ ਬਾਬਾ ਜੀ ਨੇ, ਸ਼ੀਹਾਂ ਬਾਜਾਂ ਚਰਗਾ ਕੁਹੀਆਂ, ਇਹਨਾਂ ਖਵਾਲੇ ਘਾਹ, ਘਾਹ ਖਾਣ ਤੇ ਨਾ ਮਾਸ ਖਵਾਲੇ। ਇਹ ਬਚਨ ਪਹਿਲਾਂ ਪਹਿਲੇ ਸ਼ਲੋਕ ਵਿੱਚ, ਪਹਿਲੀਆਂ ਪੰਕਤੀਆਂ ਵਿੱਚ ਕੀਤੇ। ਹੁਣ ਸਤਿਗੁਰੂ ਜੀ ਫਿਰ ਸਮਝਾਉਂਦੇ ਨੇ, ਕਹਿੰਦੇ ਇੱਕ ਮਾਸਹਾਰੀ, ਇੱਕ ਤ੍ਰਿਨ ਖਾਹੀ। ਇੱਕ ਮਾਸਾਹਾਰੀ ਨੇ, ਇੱਕ ਘਾਹ ਖਾਂਦੇ ਨੇ। ਕਹਿੰਦੇ ਇੱਕ ਨਾ ਛਤੀ ਅੰਮ੍ਰਿਤ ਪਾਹੀ, ਇੱਕ ਛਤੀ ਪ੍ਰਕਾਰ ਦਾ ਭੋਜਨ ਖਾਂਦੇ ਨੇ। ਛਤੀ ਪ੍ਰਕਾਰ ਦਾ ਕਹਿ ਲਓ, ਹਰੇਕ ਕਿਸਮ ਦਾ ਜਿਵੇਂ ਦਾ ਜੀ ਕਰਦਾ ਨਾ, ਉਵੇਂ ਦਾ ਉਹ ਛਕਦੇ ਨੇ, ਭੋਗਦੇ ਨੇ। ਕਹਿੰਦੇ ਇੱਕ ਮਿਟੀਆ ਮੈਂ ਮਿਟੀਆ ਪਾਹੇ, ਇੱਕ ਉਹ ਜੀਵ ਆ ਜਿਹੜੇ ਮਿੱਟੀ ਵਿੱਚ ਹੀ ਰਹਿੰਦੇ ਤੇ ਮਿੱਟੀ ਖਾਂਦੇ ਨੇ। ਛਤੀ ਪ੍ਰਕਾਰ ਦਾ ਭੋਜਨ ਖਾਣ ਵਾਲੇ ਵੀ ਨੇ, ਘਾਹ ਖਾਣ ਵਾਲੇ ਵੀ ਨੇ, ਤੇ ਮਾਸ ਖਾਣ ਵਾਲੇ ਨੇ ਵੀ ਨੇ। ਤੇ ਜਿਹੜੀ ਕਿਸਮ ਅਕਾਲ ਪੁਰਖ ਵਾਹਿਗੁਰੂ ਨੇ ਮਿੱਟੀ ਦੇ ਵਿੱਚ ਪੈਦਾ ਕੀਤੀ ਹੈ ਨਾ, ਜਿਨ੍ਹਾਂ ਵਾਸਤੇ ਰਿਜ਼ਕ ਹੀ ਉਹਨਾਂ ਵਾਸਤੇ ਮਿੱਟੀ ਹੈ, ਉਹ ਮਿੱਟੀ ਖਾਂਦੇ ਨੇ। ਤੇ ਬਾਬਾ ਜੀ ਸਮਝਾਉਂਦੇ ਨੇ, ਕਹਿੰਦੇ ਇੱਕ ਪੌਣ ਸੁਮਾਰੀ,
ਕਈ ਪ੍ਰਾਣਾਯਾਮ ਇਤਿਆਦਿਕ ਇੱਦਾਂ ਇਹ ਕਰਮ ਕਰਨ ਵਾਲੇ ਵੀ ਨੇ ਜਿਹੜੇ ਕਹਿੰਦੇ ਅਸੀਂ ਅੰਨ ਜਲ ਨੂੰ ਹੱਥ ਨਹੀਂ ਲਾਉਣਾ, ਕੇਵਲ ਅਸੀਂ ਪੌਣ ਆਹਾਰੀ ਹਾਂ। ਹਵਾ ਪੌਣ ਆਹਾਰੀ, ਅਸੀਂ ਹਵਾ ਹੀ ਖਾਂਦੇ ਹਾਂ। ਇੱਕ ਪੌਣ ਸੁਮਾਰੀ ਪੌਣ ਸੁਮਾਰ, ਇੱਕ ਇਸ ਕੰਮ ਵਿੱਚ ਵੀ ਪਏ ਹੋਏ ਨੇ। ਤੇ ਮਹਾਰਾਜ ਕਹਿੰਦੇ ਇੱਕ ਨਿਰੰਕਾਰੀ ਨਾਮ ਆਧਾਰ, ਪਰ ਅਕਾਲ ਪੁਰਖ ਵਾਹਿਗੁਰੂ ਇੱਕ ਉਹ ਵੀ ਨੇ ਜਿਹੜੇ ਤੇਰੇ ਨਾਮ ਦੇ ਆਸਰੇ ਵੀ ਜਿਉਂਦੇ ਨੇ। ਇੱਕ ਨਿਰੰਕਾਰੀ ਨਾਮ ਆਧਾਰ, ਜਿਨ੍ਹਾਂ ਨੂੰ ਕੇਵਲ ਤੇਰੇ ਨਾਮ ਦਾ ਆਸਰਾ, ਕੀ ਨਾਮ? ਗੁਣ। ਜਿਹੜੇ ਤੇਰੇ ਕੋਲ ਆ ਕੇ ਗੁਰਮਤਿ ਦੀ ਸੋਝੀ ਲੈਂਦੇ ਨੇ ਨਾ, ਤੇਰੀ ਬਾਣੀ ਨੂੰ ਪੜ੍ਹ ਕੇ ਵਿੱਚੋਂ ਗੁਣ 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 ਛਕਦੇ ਨੇ। ਕੇਵਲ ਤੇਰੇ ਗੁਣਾਂ ਦਾ, ਤੇਰੀ ਬਾਣੀ ਦਾ ਆਸਰਾ ਕੇਵਲ। ਜੀਵੈ ਦਾਤਾ ਮਰੈ ਨਾ ਕੋਇ, ਜੀਵੈ ਦਾਤਾ, ਦਾਤਾ ਸਦਾ ਜਿਉਂਦਾ ਰਹਿੰਦਾ, ਸਦਾ ਹੀ ਜਿਉਂਦਾ ਰਹਿੰਦਾ ਹੈ। ਮਰੈ ਨਾ ਕੋਇ ਨਾਨਕ ਮੁੱਠੇ, ਮੁੱਠੇ ਦਾ ਅਰਥ ਹੁੰਦਾ ਵੀ ਠੱਗਿਆ ਜਾਣਾ। ਹੇ ਨਾਨਕ, ਠੱਗਿਆ ਗਿਆ ਬੰਦਾ, ਠੱਗਿਆ ਜਾਂਦਾ, ਠੱਗਿਆ। ਜੀਵਨ ਜਿਉਂਦਿਆਂ ਨਾ, ਜੀਵਨ ਗੁਜ਼ਾਰਦਿਆਂ ਨਾ, ਉਹ ਬੰਦੇ ਠੱਗੇ ਗਏ ਨੇ। ਆਪਣੇ ਜੀਵਨ ਨੂੰ ਉਹ ਹਰਾ ਗਏ ਨੇ, ਹਾਰ ਗਏ ਨੇ, ਉਹ ਠੱਗੇ ਗਏ ਨੇ। ਸਾਰੇ ਸਵਾਸ ਕਹਿ ਲਓ ਉਹਨਾਂ ਦੇ ਠੱਗੇ ਗਏ ਨੇ। ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਮਕਸਦ ਹੀ ਭੁੱਲ ਗਿਆ। ਮਹਾਰਾਜ ਸਮਝਾਉਂਦੇ, ਕਹਿੰਦੇ ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ, ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਤੇਰੀ ਸਿੱਖਿਆ ਨਹੀਂ ਟਿਕਦੀ, ਠੱਗੇ ਗਏ। ਨਾਹੀ ਮਨ ਸੋਏ, ਜਿਨ੍ਹਾਂ ਦੇ ਮਨ ਵਿੱਚ ਉਹ ਸੱਚ ਨਹੀਂ ਆ ਕੇ ਟਿਕਿਆ ਨਾ, ਜਿਨ੍ਹਾਂ ਨੇ ਸੱਚ ਨੂੰ ਮੰਨਿਆ ਨਹੀਂ ਨਾ, ਜਿਨ੍ਹਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਤੇਰਾ ਨਾਮ, ਤੇਰੇ ਗੁਣ ਟਿਕੇ ਨਹੀਂ ਨਾ, ਠੱਗੇ ਗਏ ਨੇ। ਜਿਉਂਦਿਆਂ ਹੋਇਆ ਜ਼ਿੰਦਗੀ ਨੂੰ ਗੁਜ਼ਾਰਦਿਆਂ ਠੱਗੇ ਗਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਪੌੜੀ ਵਿੱਚ ਸਮਝਾਉਂਦੇ ਨੇ, ਪੂਰੇ ਗੁਰ ਕੀ ਕਾਰ, ਪੂਰੇ ਗੁਰ ਕੀ ਕਾਰ। ਪੂਰੇ ਗੁਰੂ ਦਾ ਜਿਹੜਾ ਹੁਕਮ ਹੈ, ਪੂਰੇ ਗੁਰੂ ਦੇ ਜੋ ਉਹਦੇ ਕੰਮ ਨੇ, ਜਿੱਥੇ ਜਿੱਥੇ ਲਾਇਆ ਹੋਇਆ, ਪੂਰੇ ਗੁਰ ਕੀ ਕਾਰ ਕਰਮ ਕਮਾਈਐ। ਉਹਨੇ ਸਾਨੂੰ ਇਹ ਜੀਵਨ ਜ਼ਿੰਦਗੀ ਦਿੱਤੀ ਆ, ਕਹਿੰਦੇ ਕਿਵੇਂ ਗੁਜ਼ਾਰਨੀ ਚਾਹੀਦੀ ਆ? ਕਰਮ ਕਮਾਈਏ, ਉਹਦੀ ਰਹਿਮਤ ਲੈ ਕੇ, ਬਖਸ਼ਿਸ਼ ਲੈ ਕੇ। ਤੇ ਰੱਬ ਦੀ ਬਖਸ਼ਿਸ਼ ਕੀ ਹੈ? ਰੱਬ ਦੇ ਗੁਣ ਲੈਣੇ ਆ। ਗੁਰੂ ਦੀ ਰਹਿਮਤ ਕੀ ਹੈ? ਗੁਰੂ ਦੀ ਬਖਸ਼ਿਸ਼ ਕੀ ਹੈ? ਗੁਰੂ ਦੇ ਗੁਣਾਂ ਮੁਤਾਬਕ ਚੱਲਣਾ। ਕਹਿੰਦੇ ਆਓ ਸਾਡਾ ਕੰਮ ਹੈ ਵੀ ਚੱਲਣਾ, ਕਾਰ ਕਮਾਉਣੀ ਹੈ ਨਾ, ਜੀਵਨ ਨੂੰ ਸੋਹਣਾ ਗੁਜ਼ਾਰਨਾ ਨਾ, ਆਪਣੀ ਕਿਰਤ ਨੂੰ ਸੋਹਣਿਆ ਬਣਾਉਣਾ ਨਾ, ਗੁਰੂ ਕੋਲੋਂ ਗੁਣ ਲਈਏ, ਗੁਣ। ਤੇ ਉਹਦੇ ਗੁਣ ਹੀ ਉਹਦੀ ਰਹਿਮਤ ਆ। ਗੁਰੂ ਦੀ ਬਾਣੀ ਨੂੰ ਪੜ੍ਹਨਾ, ਗੁਰੂ ਦੀ ਬਾਣੀ ਨੂੰ ਸੁਣਨਾ, ਗੁਰੂ ਦੀ ਬਾਣੀ ਪੜ੍ਹ ਸੁਣ ਕੇ ਬਾਣੀ ਮੁਤਾਬਕ ਚੱਲਣਾ ਹੀ ਗੁਰੂ ਦੀ ਰਹਿਮਤ ਆ, ਗੁਰੂ ਦੀ ਰਹਿਮਤ ਬਖਸ਼ਿਸ਼। ਪੂਰੇ ਗੁਰ ਕੀ ਕਾਰ ਕਰਮ ਕਮਾਈਐ, ਗੁਰਮਤੀ ਆਪ ਗਵਾਏ। ਗੁਰੂ ਦੀ ਮੱਤ ਲੈ ਕੇ ਆਪਣੀ ਮੱਤ ਛੱਡਣੀ। ਮੈਂ ਚਾਹੁੰਦਾ ਸੀ ਵੀ ਗੁਰੂ ਦੇ ਮੁਤਾਬਕ ਨਾ ਜਿਉ, ਆਪਣੇ ਆਪ ਜਿਉ ਕੇ ਨਾ ਮੈਂ ਸੌਖਾ ਹੋ ਜਾਵਾਂ, ਮੇਰਾ ਜੀਵਨ ਸੋਹਣਾ ਗੁਜ਼ਰ ਜਾਏ ਆਪਣੇ ਆਪ।
पर कहते जदों बंदे ने अपनी मत मुताबक ही चलना कीता, गुरु नूं मनना की सी, गुरु मुताबक चलना। गुरु नूं ना मनना की है भी अपने मुताबक चलना। सतगुरु जी आखदे ने आओ गुरमती गुरु दी मत लैके आप गवाए नाम धियाई है। अपनी मत जदों छड्डांगे तां ही नाम धियाया जा सकेगा, तां ही गुरु की मत लई जा सकेगी। जदों अपनी मत मैं छड्ड दियां, जदों मैं ये गल प्रवान कर लवां सतगुरु जी तू समर्थ वड्डा, मेरी मत थोड़ी राम, मेरी मत तो है ही नहीं आ, मैं अपनी मत नहीं बरतन लगा। मालक जी तेरी मत धारण कर लवां तां ही तेनू मैं चेते विच रख सकदा, तां ही मैं तेनू याद कर सकदा, तां ही तेरे मुताबिक चल सकदा हाँ। दूजी कार लग, जे गुरमत नूं असीं नहीं धारण करदे ते फिर असीं दूजी कार लग, दूजे काम विच लग जावांगे। ਉਹ ਕਰਮ ਜਿਹੜੇ ਕਰਮਾਂ ਦੇ ਵਿੱਚ ਪਿਆ ਜੀਵਨ ਖੁਆਰ ਹੋ ਜਾਂਦਾ। ਦੂਜੀ ਕਾਰ ਲਗ ਜਨਮ ਗਵਾਈਐ, ਮਨੁੱਖਾ ਜਨਮ ਗਵਾਚ ਹੀ ਗਿਆ। ਪਤਾ ਹੀ ਨਹੀਂ ਲੱਗਾ ਗੁਰੂ ਦੀ ਮੱਤ ਤੋਂ ਬਿਨਾਂ ਕਿਹੜੇ ਵੇਲੇ ਇਹ ਜ਼ਿੰਦਗੀ ਦਾ ਸਫ਼ਰ ਖਤਮ ਹੋ ਗਿਆ, ਪਤਾ ਹੀ ਨਹੀਂ ਲੱਗਾ, ਗਵਾਚ ਗਿਆ। ਗਵਾਚਣ ਵਾਸਤੇ ਨਹੀਂ ਮਿਲਿਆ ਇਹ ਜਨਮ, ਗਵਾਚਣ ਵਾਸਤੇ ਗਵਾਉਣ ਵਾਸਤੇ ਨਹੀਂ ਮਿਲਿਆ, ਸਵਾਰਨ ਵਾਸਤੇ ਮਿਲਿਆ ਹੈ। ਇਹ ਮਨੁੱਖਾ ਜਨਮ ਸਵਾਰਨ ਵਾਸਤੇ ਮਿਲਦਾ ਜੀ, ਜਿਉਣ ਵਾਸਤੇ ਮਿਲਦਾ। ਜਿਉਈਏ ਚੰਗੀ ਤਰ੍ਹਾਂ, ਐਸਾ ਅਸੀਂ ਜਿਉਣਾ ਸਿੱਖ ਲਈਏ ਵੀ ਲੋਕ ਸਿੱਖਣ ਯਾਰ, ਅਸੀਂ ਇੱਦਾਂ ਦਾ ਸਿੱਖ ਲਈਏ, ਉਹਨਾਂ ਨੂੰ ਵੀ ਦਸੀਏ ਕਿ ਜੇ ਸਾਡੇ ਵਰਗਾ ਜਿਉਣਾ ਚਾਹੁੰਦੇ ਹੋ ਨਾ, ਜਿਵੇਂ ਅਸੀਂ ਜਿਉ ਰਹੇ ਹਾਂ, ਤੁਸੀਂ ਆਓ ਤੁਹਾਨੂੰ ਵੀ ਸਿਖਾਈਏ, ਆਓ ਗੁਰੂ ਕੋਲੋਂ। ਇਤਿਹਾਸ ਗਵਾਹ ਨਾ, ਗੜ੍ਹ ਸ਼ੰਕਰ ਦੀ ਧਰਤੀ ਆ, ਭਾਈ ਤਿਲਕਾ ਜੀ ਆ, ਕੰਨ ਪਾਟਿਆਂ ਵਾਲਾ ਜੋਗੀ ਜਿੱਦ ਕਰਕੇ ਬੈਠ ਗਿਆ, ਮੈਂ ਸਾਰਾ ਕੁਝ ਕਰਨ ਕਰਵਾਉਣ ਵਾਲਾ, ਮੈਂ ਸਾਰਾ ਕੁਝ ਕਰਦਾ, ਤੁਸੀਂ ਮੇਰੇ ਮਗਰ ਲੱਗੋ। ਖੈਰ ਅਖੀਰ ਭਾਈ ਤਿਲਕਾ ਜੀ ਕੋਲ ਆਉਣਾ ਪਿਆ। ਯਾਰ ਬਾਕੀ ਸਾਰੇ ਮੇਰੇ ਜਾਲ ਵਿੱਚ ਫਸ ਗਏ ਨੇ, ਤੂੰ ਕਿਉਂ ਨਹੀਂ ਫਸਿਆ? ਤੇ ਉਹ ਅਗਲਾ ਆਖਦਾ ਏ ਕਿ ਇਹ ਜੀਵਨ ਨੂੰ ਗਵਾਉਣ ਵਾਸਤੇ ਥੋੜ੍ਹੀ ਪ੍ਰਾਪਤ ਕੀਤਾ, ਜੀਵਨ ਨੂੰ ਸਵਾਰਨ ਵਾਸਤੇ ਮੈਂ ਪ੍ਰਾਪਤ ਕੀਤਾ ਹੈ। ਤੇ ਮੈਂ ਗੁਰੂ ਦੇ ਚਰਨੀ ਲੱਗ ਗਿਆ, ਗੁਰੂ ਨੂੰ ਮੰਨ ਬੈਠਾ ਹਾਂ, ਮੰਨ ਬੈਠਾ, ਮੰਨ ਲਿਆ, ਗੁਰੂ ਮੁਤਾਬਕ ਚੱਲਣਾ ਮੰਨ ਲਿਆ ਹੈ, ਮੰਨ ਲਿਆ। ਹੁਣ ਸਤਿਗੁਰੂ ਜੀ ਵੀ ਸਾਨੂੰ ਸਮਝਾਉਂਦੇ ਨੇ, ਆਓ ਭਾਈ ਤਿਲਕੇ ਦੇ ਕੋਲੋਂ ਸਿੱਖੀਏ, ਆਓ ਐਸੇ ਗੁਰਸਿੱਖਾਂ ਦੇ ਕੋਲੋਂ ਸਿੱਖੀਏ ਜਿਨ੍ਹਾਂ ਨੂੰ ਸੱਚਮੁੱਚ ਜਿਉਣਾ ਆਇਆ, ਜਿਉਣਾ। ਉਹਨਾਂ ਨੇ ਜੀਵਨ ਨੂੰ ਗਵਾਇਆ ਨਹੀਂ, ਜਿਉਇਆ ਹੈ। ਤੇ ਬਾਬਾ ਜੀ ਸਾਨੂੰ ਸਮਝਾਉਂਦੇ ਨੇ, ਦੂਜੀ ਕਾਰ ਲੱਗ ਜਨਮ ਗਵਾਈਐ, ਵਿਣ ਨਾਵੈ ਸਭ ਵਿਸ। ਅਕਾਲ ਪੁਰਖ ਵਾਹਿਗੁਰੂ ਤੇਰੇ ਨਾਮ ਤੋਂ ਬਿਨਾਂ, ਤੇਰੇ ਗੁਣਾਂ ਤੋਂ ਬਿਨਾਂ ਸਾਰਾ ਕੁਝ ਵਿਸ ਜ਼ਹਿਰ ਆ। ਤੇਰੇ ਨਾਮ ਤੋਂ ਬਿਨਾਂ, ਤੇਰੇ ਗੁਣਾਂ ਤੋਂ ਬਿਨਾਂ ਨਾ ਬਾਕੀ ਸਾਰਾ ਕੁਝ ਜ਼ਹਿਰ ਆ।
ਕੀਆ ਜ਼ਹਿਰ। ਕਹਿੰਦੇ ਪੈਂਜੈ ਖਾਈਐ, ਪਹਿਨਣਾ ਤੇ ਖਾਣਾ ਵੀ ਜ਼ਹਿਰ ਆ। ਪਹਿਨਣਾ ਤੇ ਖਾਣਾ ਤੇਰੇ ਨਾਮ ਤੋਂ ਬਿਨਾਂ ਜ਼ਹਿਰ ਆ, ਜ਼ਹਿਰ ਵੇਸਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਬੰਦਾ ਕੁਝ ਚੰਗਾ ਚੰਗਾ ਵੇਖ ਕੇ ਨਾ ਖਾਣ ਵਾਲਾ ਕਹਿੰਦਾ ਮੈਂ ਖਾ ਲਵਾਂ, ਖੁਸ਼ੀ ਨਾਲ ਖਾਂਦਾ, ਖੁਸ਼ੀ ਨਾਲ ਖਾਂਦਾ ਰਿਹਾ। ਮਿੱਠਾ ਬੜਾ ਚੰਗਾ ਲੱਗਾ, ਖਾਈ ਗਿਆ ਖਾਈ ਗਿਆ ਖਾਈ ਗਿਆ। ਪਰ ਬਾਬਾ ਜੀ ਆਖਦੇ ਉਹ ਬੰਦਿਆ ਕੰਟਰੋਲ ਦੇ ਨਾਲ ਖਾ। ਮਿੱਠਾ ਹੈ ਖਾਣ ਲਈ ਹੈ, ਖਾ, ਪਰ ਸੰਜਮ ਨਾਲ ਖਾ, ਲੱਭ ਨਾ ਕਰ। ਹਰੇਕ ਚੀਜ਼ ਦਾ ਜਦੋਂ ਲੱਭ ਕੀਤਾ ਹੈ ਨਾ, ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ। ਜਦੋਂ ਮਿੱਠਾ ਕਰਕੇ ਖਾਈ ਗਿਆ ਸਵਾਦ ਨਾਲ, ਲਾਲਚ ਨਾਲ, ਉਹਦਾ ਸਵਾਦ ਜਿਹੜਾ ਹੈ ਨਾ ਕੌੜਾ ਹੋਇਆ। ਡਾਕਟਰ ਨੇ ਆਖਿਆ ਮਿੱਠਾ ਖਾ ਲਈ ਪਰ ਪਰਹੇਜ਼ ਨਾਲ ਖਾ ਲਈ, ਸ਼ੂਗਰ ਹੈ। ਨਹੀਂ ਪਰਹੇਜ਼ ਕੀਤਾ, ਸੰਜਮ ਵਿੱਚ ਨਹੀਂ ਰਿਹਾ, ਸੰਜਮ ਵਿੱਚ ਨਹੀਂ ਰਿਹਾ। ਜਦੋਂ ਸੰਜਮ ਵਿੱਚ ਨਹੀਂ ਰਿਹਾ ਨਾ, ਤੇ ਉਹ ਮਿੱਠਾ ਮੇਰੇ ਲਈ ਜ਼ਹਿਰ ਬਣ ਗਿਆ, ਮਿੱਠਾ ਜ਼ਹਿਰ ਬਣ ਗਿਆ। ਧੰਨ ਗੁਰੂ ਨਾਨਕ ਸਾਹਿਬ ਸਮਝਾਉਂਦੇ ਨੇ ਵੀ ਬੰਦਿਆ, ਜੇ ਤੈਨੂੰ ਸੱਚੀ ਕੱਪੜੇ ਤੈਨੂੰ ਮਿਲ ਗਏ, ਸੋਹਣੇ ਮਿਲ ਗਏ, ਪਰ ਜੇ ਪਾਉਣੇ ਨਹੀਂ ਨਾ ਆਏ, ਕਿਵੇਂ ਪਾਉਣੇ ਸੀ, ਕਿਹੜੇ ਪਾਉਣੇ ਸੀ, ਨਹੀਂ ਨਾ ਆਏ ਪਾਉਣੇ, ਜ਼ਹਿਰ ਆ। ਖਾਣ ਲਈ ਮਿਲਿਆ, ਜੇ ਖਾਣਾ ਹੀ ਨਹੀਂ ਨਾ ਆਇਆ ਚੰਗੀ ਤਰ੍ਹਾਂ, ਜ਼ਹਿਰ ਆ, ਜ਼ਹਿਰ। ਬਾਬਾ ਜੀ ਆਖਦੇ ਵਿਣ ਨਾ ਬੈ ਸਭ ਵਿਸ, ਪੈਂਜੈ ਖਾਈਐ, ਸੱਚਾ ਸ਼ਬਦ ਸਲਾਹਾ। ਹੇ ਭਾਈ, ਆ ਸੱਚੇ ਸ਼ਬਦ ਨੂੰ ਪੜ੍ਹ, ਸੱਚੇ ਸ਼ਬਦ ਨੂੰ ਪੜ੍ਹ, ਸੁਣ, ਸਮਝ। ਸੱਚੇ ਸ਼ਬਦ ਰਾਹੀਂ ਸਿਫਤ ਸਲਾਹ ਕਰ ਕਰਤੇ ਦੀ, ਸੱਚਾ ਸ਼ਬਦ ਸਲਾਹ। ਤੇ ਸ਼ਬਦ ਇੱਦਾਂ ਪੜ੍ਹ, ਇੱਦਾਂ ਸੁਣ ਵੀ ਸੱਚ ਸਮਾਈਐ, ਸ਼ਬਦ ਦਾ ਸੱਚ ਤੇਰੇ ਅੰਦਰ ਸਮਾ ਜਾਏ। ਸ਼ਬਦ ਨੂੰ ਸੁਣਨਾ ਨਾ, ਤੇ ਸੁਣਾ ਇੱਦਾਂ ਵੀ ਸ਼ਬਦ ਅੰਦਰ ਸਮਾ ਜਾਏ, ਸ਼ਬਦ ਵਿੱਚ ਲੱਗ ਜਾਣਾ। ਕਹਿੰਦੇ ਨਾ ਵੀ ਸ਼ਬਦ ਸੁਣਦਿਆਂ ਲਿਵ ਲੱਗ ਜਾਣੀ, ਸੁਰਤ ਟਿਕਣੀ। ਹੁਣ ਸੁਰਤ ਟਿਕਣੀ, ਲਿਵ ਲੱਗਣੀ ਕੀ ਆ? ਵੀ ਸ਼ਬਦ ਨੂੰ ਮੈਂ ਸਮਾ ਲਵਾਂ, ਸ਼ਬਦ ਮੇਰੇ ਅੰਦਰ ਟਿਕ ਜਾਏ। ਮੈਂ ਜ਼ੋਰ ਲਾਈ ਜਾ ਰਿਹਾ ਵੀ ਮੈਂ ਟਿਕ ਜਾਵਾਂ, ਪਰ ਮੈਂ ਉਦੋਂ ਟਿਕੂੰਗਾ ਜਦੋਂ ਸ਼ਬਦ ਮੇਰੇ ਅੰਦਰ ਟਿਕੇਗਾ, ਜਦੋਂ ਸੱਚ ਮੇਰੇ ਅੰਦਰ ਟਿਕ ਜਾਏਗਾ। ਸੱਚ ਨੂੰ ਸੁਣ ਕੇ ਮੈਂ ਮੰਨਣਾ ਨਹੀਂ ਚਾਹੁੰਦਾ ਤੇ ਸੁਰਤ ਨੂੰ ਟਿਕਾਉਣਾ ਚਾਹੁੰਦਾ। ਗੁਰਬਾਣੀ ਸ਼ਬਦ ਸੱਚ ਨੂੰ ਸੁਣ ਕੇ ਮੰਨਣਾ ਨਹੀਂ ਚਾਹੁੰਦਾ, ਗੁਰਬਾਣੀ ਸੱਚ ਮੁਤਾਬਕ ਮੈਂ ਚੱਲਣਾ ਨਹੀਂ ਚਾਹੁੰਦਾ। ਤੇ ਧਰਮ ਦਾ ਖੇਖਣ ਹੋਣਾ ਮੈਂ ਇਹ ਕਰਦਾ ਹਾਂ ਵੀ ਮੇਰੀ ਸੁਰਤ ਟਿਕ ਜਾਏ, ਮੇਰੀ ਲਿਵ ਲੱਗ ਜਾਏ। ਤੇ ਬਾਬਾ ਜੀ ਆਖਦੇ ਨੇ ਲਿਵ ਜੇ ਲਾਉਣੀ ਹੈ ਤਾਂ ਤੈਨੂੰ ਅੰਦਰੋਂ ਕੂੜ ਪਹਿਲਾਂ ਕੱਢਣਾ ਪੈਣਾ। ਸੱਚ ਨੂੰ ਟਿਕਾ ਅੰਦਰ, ਸੱਚ ਨੂੰ ਸਮਝ ਪਹਿਲਾਂ, ਸੱਚ ਮੁਤਾਬਕ ਚੱਲਣਾ ਸਿੱਖ ਪਹਿਲਾਂ। ਕਹਿੰਦੇ ਸੱਚਾ ਸ਼ਬਦ ਸਲਾਹ, ਸੱਚ ਸਮਾਈਐ,
ਵਿਣ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ। ਸਤਿਗੁਰੂ ਨੂੰ ਸੇਵਣ ਤੋਂ ਬਿਨਾਂ ਹੀ, ਸੱਚੇ ਸ਼ਬਦ ਨੂੰ ਮੰਨਣ ਤੋਂ ਬਿਨਾਂ ਹੀ ਮੈਂ ਆਖਾਂ ਮੇਰੇ ਅੰਦਰ ਸੁਖ ਨਿਵਾਸ ਕਰ ਜਾਣਾ, ਮੈਨੂੰ ਆਨੰਦ ਆ ਜਾਏ। ਕਹਿੰਦੇ ਇੱਦਾਂ ਨਹੀਂ ਹੋ ਸਕਦਾ। ਭੁੱਖ ਲੱਗੀ ਆ ਨਾ, ਖਾਣਾ ਅੱਗੇ ਪਿਆ, ਰੋਟੀ ਅੱਗੇ ਪਈ ਆ, ਮੈਂ ਰੋਟੀ 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 ਕਰੀ ਜਾਂ, ਜਪੀ ਜਾਂ, ਰੋਟੀ 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 ਦਾ ਨਾਮ ਧਿਆਈ ਜਾਵਾਂ, ਭੁੱਖ ਮਿਟੂ। ਪਿਆਸ ਲੱਗੀ ਆ, ਪਾਣੀ 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 ਮੈਂ ਕਰੀ ਜਾਵਾਂ, ਆਖਾਂ ਪਾਣੀ ਦਾ ਨਾਮ ਜਪਣ ਲੱਗਾ, ਨਹੀਂ ਹੋਣਾ ਇੱਦਾਂ। ਪਾਣੀ ਨੂੰ ਅੰਦਰ ਪਾਉਣਾ ਪੈਣਾ, ਪੀਣਾ ਪੈਣਾ ਪਾਣੀ, ਰੋਟੀ ਖਾਣੀ ਪੈਣੀ, ਖਾਣਾ ਖਾਣਾ ਪਏਗਾ। ਭੁੱਖ ਤਾਂ ਮਿਟਣੀ ਹੈ, ਪਿਆਸ ਤਾਂ ਜਾਣੀ ਆ ਜਦੋਂ ਪਾਣੀ ਪੀ ਲਵਾਂਗਾ। ਤੇ ਬਾਬਾ ਜੀ ਵੀ ਇਹੀ ਸਮਝਾਉਂਦੇ ਨੇ, ਕਹਿੰਦੇ ਬੰਦਿਆ ਕੱਲਾ ਪੜ੍ਹ ਨਾ, ਬਾਣੀ ਨੂੰ ਕੱਲਾ ਪੜ੍ਹ ਨਾ, ਕੱਲਾ ਸੁਣ ਨਾ, ਖਾਣਾ ਇਹਨੂੰ, ਪੀਣਾ ਇਹਨੂੰ। ਬਾਣੀ ਨੂੰ ਪੜ੍ਹਨਾ ਖਾਣਾ ਹੈ, ਬਾਣੀ ਨੂੰ ਪੜ੍ਹਨਾ ਪੀਣਾ ਹੈ, ਤ੍ਰਿਪਤੀ ਤਾਂ ਹੋਣੀ ਆ। ਸਾਡਾ ਕੀ ਹਾਲਾਤ, ਸਾਡੇ ਕੀ ਹੋਏ ਪਏ ਨੇ ਭਲਾ। ਅਸੀਂ ਕੀ ਪਤਾ ਕੀ ਕਰ ਰਹੇ ਹਾਂ। ਪੜ ਪੜ ਗੱਡੀ ਲੱਦੀ ਐ, ਮੈਂ ਇੰਨੇ ਪਾਠ ਕਰ ਲੈਣੇ ਜਪਜੀ ਸਾਹਿਬ ਦੇ, ਅੱਜ ਇੰਨੇ ਪਾਠ ਕਰ ਲੈਣੇ ਜੀ, ਇੰਨੇ ਪਾਠ, ਇੰਨੀ ਵਾਰ ਪਾਠ ਕਰ ਲੈਣਾ ਅੱਜ ਆਪਾਂ। ਸੁਖਮਣੀ ਸਾਹਿਬ ਜੀ ਨੂੰ ਇੰਨੀ ਵਾਰ ਪੜ੍ਹ ਲੈਣਾ ਆਪਾਂ, ਇੰਨੇ ਪਾਠ ਗਿਣਤੀ ਦੇ ਕਰਨੇ ਆ। ਤੇ ਬਾਬਾ ਜੀ ਕਹਿੰਦੇ ਨੇ ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀਐ ਸਾਥ। ਭਾਵੇਂ ਗੱਡੀਆਂ ਲੱਦ ਲੈ ਪੜ ਪੜ ਕੇ ਤੂੰ, ਪੜ ਪੜ ਬੇੜੀ ਪਾਈਐ, ਪੜ ਪੜ ਕੇ ਨਾ ਬੇੜੀਆਂ ਵੀ ਲੱਦੀ ਜਾ ਦੂੰ, ਤ੍ਰਿਪਤੀ ਨਹੀਂ ਹੋਣੀ। ਕਿਉਂਕਿ ਨਾਨਕ ਸੱਚੇ ਨਾਮ ਬਿਨਾ, ਸੱਚੇ ਨਾਮ ਤੋਂ ਬਿਨਾ ਕਹਿੰਦੇ ਸਾਰਾ ਕੁਝ ਵਿਅਰਥ ਆ। ਪੜ੍ਹੀ ਜਾਈਏ ਪੜ੍ਹੀ ਜਾਈਏ ਪੜ੍ਹੀ ਜਾਈਏ, ਪੜ੍ਹਨ ਨਾਲ ਥੋੜ੍ਹੀ ਗਾਤਾ। ਪੜ੍ਹ ਪੜ੍ਹ ਕੇ ਜੋ ਪੜ੍ਹਿਆ ਨਾ, ਮੈਂ ਜੋ ਪੜ੍ਹਿਆ ਹੈ ਉਹਨੂੰ ਸਮਝਣਾ। ਘਰ ਦੇ ਵਿੱਚ ਵੀ ਬੱਚੇ ਨੂੰ ਪੜ੍ਹਾ ਸਕਦੇ, ਉਹਨੂੰ ਕਹਿੰਦੇ ਵੀ ਕਿਤਾਬ ਤੈਨੂੰ ਆ ਲੈ ਤੀ ਆ, ਪੜ੍ਹੀ ਜਾ ਪੜ੍ਹੀ ਜਾ ਪੜ੍ਹੀ ਜਾ। ਪੜ੍ਹ ਕਰ ਸਕਦਾ, ਪਰ ਸਮਝਣ ਲਈ ਕਿੱਥੇ ਭੇਜਦੇ? ਸਕੂਲ। ਵੀ ਆਹ ਲੈਸਨ ਜਿਹੜਾ ਨਾ ਤੈਨੂੰ ਸਮਝ ਨਹੀਂ ਨਾ ਪੈ ਰਿਹਾ, ਸਕੂਲ ਵਿੱਚ ਟੀਚਰ ਨੇ ਤੇਰੇ ਖਾਨੇ ਵਿੱਚ ਪਾ ਦੇਣਗੇ। ਬਾਣੀ ਨੂੰ ਅਸੀਂ ਖਾਨੇ ਵਿੱਚ ਪਾਉਣਾ ਸੀ, ਆਪਣੇ ਸਿਰ ਵਿੱਚ ਬਾਣੀ ਨੂੰ ਟਿਕਾਉਣਾ ਸੀ। ਪੱਲਾ ਅਸੀਂ ਜ਼ੋਰ ਦੇ ਦਿੱਤਾ, ਬਾਬਿਆਂ ਨੇ ਇਹ ਲੀਹ ਚਲਾ ਦਿੱਤੀ ਵੀ ਤੁਸੀਂ ਇੰਨੀ ਵਾਰ ਆਹ ਬਾਣੀ ਦੇ ਪਾਠ ਕਰ ਲਓ, ਇੰਨੀ ਵਾਰ ਆਹ ਬਾਣੀ ਦੇ ਪਾਠ ਕਰ ਲਓ, ਇੰਨੀ ਵਾਰ ਆਹ ਬਾਣੀ ਦੇ ਪਾਠ ਕਰ ਲਓ। ਬੰਦੇ ਪੜ੍ਹਨ ਲੱਗ ਪਏ। ਚਲੋ ਫਿਰ ਕਹਿੰਦੇ ਚਲੋ ਚੰਗਾ ਹੋਇਆ ਪੜ੍ਹਨ ਲੱਗ ਪਏ। ਨਹੀਂ ਯਾਰ, ਬਾਣੀ ਦਾ ਸੱਚ ਤੇ ਦੱਸ ਦਿਓ ਕਿ ਕਿਤੇ ਇੱਦਾਂ ਹੀ ਨਾ ਹੋਵੇ ਵੀ ਪੜ੍ਹ ਪੜ੍ਹ ਗੱਡੀ ਲੱਦੀਆਂ ਹੀ, ਪੜ੍ਹ ਪੜ੍ਹ ਕੇ ਉਹ ਵਿਚਾਰੇ ਥਾਕੀ ਨਾ ਜਾਂਦੇ ਹੋਣ। ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਦਿਨ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ, ਫਿਰ ਫਿਰ ਆਈਐ ਫਿਰ ਫਿਰ ਆਈਐ। ਵਾਰ 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 ਪੜ੍ਹਨਾ, ਫਿਰ ਆਉਣਾ ਹੈ। ਸਤਿਗੁਰੂ ਜੀ ਇੱਕ ਵਾਰ ਸ਼ਬਦ ਸੁਣ ਲਿਆ, ਇੱਕ ਵਾਰ ਸ਼ਬਦ ਤੁਹਾਡਾ ਪੜ੍ਹ ਲਿਆ, ਬਸ ਮੱਤ ਟਿਕਾਣੇ ਆ ਗਈ। ਸੱਜਣ ਨੇ, ਜਿਹਨੂੰ ਲੋਕ ਤਲੰਬੇ ਦੀ ਧਰਤੀ ਤੇ ਠੱਗ ਆਖਦੇ ਸੀ, ਬਾਬਾ ਨਾਨਕ ਸਾਹਿਬ ਜੀ ਨੇ ਆਖਿਆ ਹੋਏਗਾ ਨਾ, ਸੱਜਣ ਠੱਗਾ ਤੂੰ ਲੋਕਾਂ ਨੂੰ ਯਾਰ ਠੱਗਦਾ,
ਤੈਨੂੰ ਆਹ ਸ਼ਬਦ ਦਿੱਤਾ, ਤੂੰ ਇਹਨੂੰ ਪੜ੍ਹੀ ਜਾਈ, ਪੜ੍ਹੀ ਜਾਈ, ਪੜ੍ਹੀ ਜਾਈ, ਪੜ੍ਹੀ ਜਾਈ, ਤੂੰ ਸੁਧਰ ਜਾਏਗਾ। ਗੁਰੂ ਨਾਨਕ ਸਾਹਿਬ ਜੀ ਤੋਂ ਵੱਡਾ ਕੋਈ ਪੀਰ, ਗੁਰੂ ਨਾਨਕ ਸਾਹਿਬ ਜੀ ਤੋਂ ਵੱਡਾ ਕੋਈ ਬ੍ਰਹਮ ਗਿਆਨੀ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਵੱਡਾ ਕੋਈ ਸੰਤ ਨਹੀਂ। ਬਾਬਾ ਜੀ ਨੇ ਇਹ ਨਹੀਂ ਆਖਿਆ ਵੀ ਤੂੰ ਇੱਕ ਸ਼ਬਦ ਨੂੰ ਵਾਰ-ਵਾਰ ਵਾਰ-ਵਾਰ ਵਾਰ-ਵਾਰ, ਨਹੀਂ ਨਹੀਂ, ਇਹੀ ਗੱਲ ਆਖੀ ਮਰਦਾਨਿਆ, ਰਬਾਬ ਛੇੜ ਤੇ ਬਾਣੀ ਆਈ। ਸਧਾਰਨਾ ਇੱਕ ਸ਼ਬਦ ਸੁਣਾਇਆ, ਅਗਲੇ ਨੇ ਐ ਟਿਕਾ ਕੇ ਸੁਣਿਆ। ਬਾਬੇ ਨੇ ਸ਼ਬਦ ਨੂੰ ਟਿਕਾ ਕੇ ਗਾਇਆ, ਐ ਟਿਕਾ ਕੇ ਗਾਇਆ, ਟਿਕਾ ਕੇ ਥਿਰ ਘਰ ਬੈਸੂ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ, ਐ ਟਿਕ ਕੇ ਗਾਇਆ ਬਾਬੇ ਨੇ। ਭਾਈ ਮਰਦਾਨੇ ਨੇ ਟਿਕ ਕੇ ਰਬਾਬ ਵਜਾਈ, ਸੁਣਨ ਵਾਲੇ ਨੇ ਟਿਕ ਕੇ ਸੁਣਿਆ ਵੀ ਬਾਬਾ ਆਖਦਾ ਕੀ ਗਾ ਰਿਹਾ, ਮੈਂ ਸੁਣ ਲਵਾਂ। ਇੱਕ ਵਾਰ ਸੁਣਿਆ, ਅਗਲਾ ਕਹਿੰਦਾ ਬਾਬਾ ਮੈਂ ਮੰਨਦਾ ਗਲਤੀ। ਤੇ ਅਸੀਂ ਆਪਣੀਆਂ ਗਲਤੀਆਂ ਤੇ ਪਰਦੇ ਪਾਉਣ ਵਾਲੀ ਪਤਾ ਨਹੀਂ ਕੀ ਕੁਝ ਕਰਦੇ ਆ। ਅਸੀਂ ਆਪਣੀਆਂ ਗਲਤੀਆਂ ਤੇ, ਅਸੀਂ ਗਲਤੀਆਂ ਫਿਰ ਵੀ ਨਹੀਂ ਮੰਨਦੇ ਵੀ ਅਸੀਂ ਕੀਤੀਆਂ। ਵਾਰ-ਵਾਰ ਆਖਣਾ ਪੈਂਦਾ ਮਹਾਰਾਜ ਤੁਸੀਂ ਬਖਸ਼ਣ ਵਾਲੇ ਹੋ, ਬਖਸ਼ ਲਓ। ਇਸ ਵਾਰ ਹੋ ਗਈ, ਅਗਲੀ ਵਾਰ ਨਹੀਂ ਹੁੰਦੀ ਗਲਤੀ। ਮਹਾਰਾਜ ਇਸ ਵਾਰ ਦੂਜੇ ਦਾ ਹੱਕ ਖਾਧਾ, ਅਗਲੀ ਵਾਰ ਨਹੀਂ ਖਾਧਾ। ਪਰ ਜਦੋਂ ਅਗਲੀ ਵਾਰ ਖਾਧਾ ਨਾ ਹੱਕ, ਜ਼ਿਆਦਾ ਅਗਲੇ ਦਾ ਹਿੱਸਾ ਮਾਰਿਆ, ਚਲੋ ਮਹਾਰਾਜ ਫਿਰ ਆਪਾਂ ਇੱਦਾਂ ਕਰਦੇ ਹਾਂ, ਇਹਦੇ ਵਿੱਚੋਂ ਨਾ ਆਪਾਂ ਇਹਨਾਂ ਲੰਗਰ ਲਵਾ ਦਿੰਦੇ ਆ। ਲਓ ਬਾਬੇ ਨਾਲ ਵੀ ਟਾਸ ਪੈ ਗਈ ਹੁੰਦਾ। ਮਹਾਰਾਜ ਜਿਵੇਂ ਦਾ ਮੈਂ ਨਾ, ਹੁਣ ਪਤਾ ਕੀ ਕਰਨਾ, ਉਵੇਂ ਦਾ ਤੈਨੂੰ ਵੀ ਕਰ ਲੈਣਾ। ਅਸੀਂ ਗੁਰੂ ਨੂੰ ਇਸ ਤਰੀਕੇ ਨਾਲ ਵਰਤਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਉਹ ਭਾਈ ਆਓ ਪੜ੍ਹੀਏ ਤੇ ਪੜ੍ਹ ਕੇ ਸੁੱਖ ਵਿੱਚ ਟਿਕ ਜਾਈਏ, ਸੁੱਖ ਸਾਡੇ ਅੰਦਰ ਨਿਵਾਸ ਕਰ ਜਾਏ ਤੇ ਦੁਨੀਆ ਦੇ ਲੋਕਾਂ ਨੂੰ ਆਖੀਏ ਅਸੀਂ ਵੀ, ਦੁਨੀਆ ਦੇ ਲੋਗੋ ਸੁਣੋ, ਆਨੰਦ ਸੁਣੋ ਵੱਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ। ਕਦੋਂ ਉਤਰੇ ਨੇ? ਜਦੋਂ ਸੁਣੀ ਸੱਚੀ ਬਾਣੀ। ਜਦੋਂ ਸੱਚੀ ਬਾਣੀ ਨੂੰ ਸੁਣਿਆ ਨਾ, ਦੁੱਖ ਰੋਗ ਸੰਤਾਪ ਉਤਰੇ, ਉਤਰ ਗਏ। ਸੁਣਿਆ ਤੇ ਉਤਰ ਗਏ। ਤੇ ਮਹਾਰਾਜ ਆਖਦੇ ਨੇ, ਆਓ ਦੁਨੀਆ ਖੋਟੀ ਰਾਸ, ਦੁਨੀਆ ਖੋਟੀ ਰਾਸ। ਬਾਣੀ ਨੂੰ ਸਮਝਿਆ ਨਹੀਂ, ਪਰ ਝੂਠੀ ਰਾਸ ਪੂੰਜੀ ਵਿੱਚ ਲੱਗ ਗਈ। ਦੁਨੀਆ ਖੋਟੀ ਰਾਸ, ਖੋਟੀ ਖਰੀ ਨਹੀਂ, ਖੋਟੀ ਜਿਹਦਾ ਮੁੱਲ ਹੀ ਕੋਈ ਨਹੀਂ। ਪਰਖੀਏ ਤੇ ਖੋਟਾ ਨਿਕਲਿਆ, ਕਿਸੇ ਕੰਮ ਦਾ ਨਹੀਂ। ਤੇ ਜਿਹੜੀ ਚੀਜ਼ ਕਿਸੇ ਵੀ ਕੰਮ ਦੀ ਨਹੀਂ ਨਾ, ਮੈਂ ਉਸ ਚੀਜ਼ ਦੇ ਵਿੱਚ ਲੱਗਾ ਵੀ ਇਹਨੂੰ ਪ੍ਰਾਪਤ ਕਰ ਲਾਂ। ਸੱਚ ਕੀ ਸੀ? ਅਕਾਲ ਪੁਰਖ ਵਾਹਿਗੁਰੂ ਤੇਰੀ ਬਾਣੀ, ਤੇਰੇ ਗੁਣ, ਇਹਦੇ ਵਿੱਚ ਲੱਗਦਾ। ਸਤਿਗੁਰੂ ਜੀ ਆਖਦੇ ਨੇ, ਕਹਿਣ ਲੱਗੇ, ਦੁਨੀਆ ਖੋਟੀ ਰਾਸ, ਕੂੜ ਕਮਾਈਐ। ਬੰਦਾ ਕੂੜ ਦੀ ਕਮਾਈ ਕਰੀ ਜਾਂਦਾ, ਝੂਠ ਦੀ। ਨਾਨਕ ਇਹ ਨਾਨਕ ਸੱਚ ਖਰਾ, ਸੱਚ ਖਰਾ ਸਲਾਹ। ਹੇ ਨਾਨਕ ਸੱਚ ਖਰਾ ਤੇ ਸੱਚੇ ਨੂੰ ਧਿਆਈਏ, ਉਹਦੀ ਸਿਫਤ ਸਲਾਹ ਕਰੀਏ, ਸੱਚ ਰਾਹੀਂ ਕਰੀਏ, ਉਹਨੂੰ ਮੰਨ ਕੇ ਪਤ ਸਿਉ ਜਾਈਐ। ਸੰਸਾਰ 'ਚੋਂ ਜਦੋਂ ਜਾਵਾਂਗੇ ਨਾ, ਇੱਜ਼ਤ ਨਾਲ ਜਾਵਾਂਗੇ। ਲੋਕ ਮਰੀ ਹੋਈ ਲੋਥ ਵੱਲ ਵੀ ਉਂਗਲੀ ਨਹੀਂ ਕਰਨਗੇ ਵੀ ਯਾਰ ਇਹਨੂੰ ਜੀਵਨ ਮਿਲਿਆ ਸੀ ਪਰ ਇਹਨੂੰ ਜਿਉਣਾ ਨਹੀਂ ਆਇਆ। ਪਤ ਸਿਉ ਜਾਈਏ। ਲੋਕ ਇਹ ਆਖਣ, ਯਾਰ ਇਹਨੂੰ ਉਮਰ ਭਾਵੇਂ ਥੋੜ੍ਹੀ ਮਿਲੀ ਸੀ ਨਾ, ਥੋੜ੍ਹਾ ਸਮਾਂ ਹੀ ਗੁਜ਼ਾਰ ਕੇ ਗਿਆ ਨਾ, ਪਰ ਬੰਦਾ ਇੱਜ਼ਤ ਵਾਲੇ ਕੰਮ ਕਰ ਗਿਆ, ਇੱਜ਼ਤ ਵਾਲੇ, ਇੱਜ਼ਤ ਵਾਲੇ। ਤੇ ਇਹੋ ਜਿਹੇ ਬੰਦੇ ਦੀ ਮਰਨ ਤੋਂ ਬਾਅਦ ਵੀ ਲੋਕ ਰਿਸਪੈਕਟ ਕਰਦੇ ਨੇ, ਇੱਜ਼ਤ ਕਰਦੇ ਨੇ, ਸਲਾਮ ਕਰਦੇ ਨੇ। ਵਾਹ,
ਭਗਤ ਸਿੰਘ ਜੀ ਜਿਹੜੇ ਕਰਮ ਤੁਸੀਂ ਕਰ ਗਏ ਹੋ ਨਾ, ਤੁਹਾਨੂੰ ਅੱਜ ਵੀ ਯਾਦ ਕਰਦੇ ਹਾਂ। ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਉਮਰਾਂ ਤੁਹਾਡੀਆਂ ਛੋਟੀਆਂ ਪਰ ਕੰਮ ਤੁਹਾਡੇ ਵੱਡੇ, ਨਿੱਕੀਆਂ ਜਿੰਦਾਂ ਵੱਡੇ, ਸਾਕੇ ਕਰ ਵਿਖਾਏ, ਤੁਹਾਨੂੰ ਸਲਾਮ ਆ। ਆਓ ਅਸੀਂ ਜ਼ਿੰਦਗੀ ਜਿਹੜੀ ਜਿਉਣੀ ਹੈ ਨਾ, ਪੱਤ ਵਾਲੀ ਇੱਜ਼ਤ ਵਾਲੀ ਜਿਉਣੀ ਆ। ਨਾਨਕ ਸੱਚ ਖਰਾ ਸਲਾਹ, ਪੱਤ ਸਿਉ ਜਾਈਏ। ਜਦੋਂ ਪੱਤ ਨਾਲ ਜਾਵਾਂਗੇ ਨਾ ਤੇ ਅਸੀਂ ਸਮਝ ਲਵਾਂਗੇ ਵੀ ਸਾਡੇ ਹੋ ਗਏ ਨੇ ਲੋਕ ਸੁਖੀਏ, ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਭੁੱਲਾਂ ਦੀ ਖਿਮਾ, ਅਦਬ ਪਿਆਰ ਸਹਿਤ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।